ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੁਰਵਿੰਦਰ ਆਪਣੀ ਪਲੇਠੀ ਆਡੀਓ ਲੈ ਕੇ ਹਾਜ਼ਰ ਹਾਂ। ਕਿਤਾਬ ਦਾ ਨਾਮ ਹੈ ਤਲਵੰਡੀ ਸਲੀਮ ਨੂੰ ਜਾਂਦੀ ਸੜਕ। ਪਾਸ਼ ਦੀਆਂ ਬਹੁਤ ਸਾਰੀਆਂ ਮੁਲਾਕਾਤਾਂ ਵਿੱਚੋਂ ਇਹ ਪਹਿਲੀ ਮੁਲਾਕਾਤ ਹੈ। ਇਹ ਪੰਨਾ ਨੰਬਰ 154 ਤੇ ਹੈ ਔਰ ਚੈਪਟਰ ਦਾ ਨਾਮ ਹੈ ਇੱਕ ਖੇਤ ਮਜ਼ਦੂਰ ਨਾਲ ਮੁਲਾਕਾਤੀ ਪਾਸ਼। ਪਾਸ਼ ਇਸ ਵਿੱਚ ਅਰਥ ਵਿਵਸਥਾ ਦੇ ਨਾਇਕ ਦਾ ਰੋਲ ਅਦਾ ਕਰ ਰਿਹਾ ਮਜ਼ਦੂਰ ਦੀ ਜ਼ਮੀਨੀ ਹਕੀਕਤ ਬਾਰੇ ਜਾਣੂ ਕਰਵਾਉਂਦਾ ਹੈ। ਸਰਮਾਏਦਾਰੀ ਦਾ ਉਹ ਚਿਹਰਾ ਦਿਖਾਉਂਦਾ ਜੋ ਅਨੇਕਾਂ ਇਨਕਲਾਬਾਂ ਤੋਂ ਬਾਅਦ ਵੀ ਜਿਉਂਦਾ ਤਿਉਂ ਹੈ। ਇਹ ਦਿਲ ਟੁੰਬਵੇਂ ਅਹਿਸਾਸ ਲੈ ਕੇ ਹਾਜ਼ਰ ਆ ਜੀ। ਸੁਰਿੰਦਰ ਸਿੰਘ ਭਰਮੇ ਸਰੀਰ ਵਾਲਾ, ਦਰਮਿਆਨਾ ਕੱਦ, ਖੇਤ ਮਜ਼ਦੂਰ ਪਰਿਵਾਰ ਦਾ ਜੰਮਪਲ ਹੈ। ਗਰੀਬਾਂ ਦੇ ਬੱਚਿਆਂ ਦੇ ਨਾਂ ਭਾਵੇਂ ਘਰਦਿਆਂ ਨੇ ਕਿੰਨੇ ਹੀ ਵੱਡੇ ਰੱਖੇ ਹੋਣ, ਬਚਪਨ ਦੇ ਨਾਲ ਹੀ ਘਸ ਜਾਂਦੇ ਹਨ ਜਾਂ ਮਿੱਟੀ ਦੇ ਖਿਡੌਣਿਆਂ ਵਾਂਗ ਟੁੱਟ ਜਾਂਦੇ ਹਨ। ਫਿਰ ਇੱਕ ਉਪਨਾਂ ਜਿਹਾ ਉਹਨਾਂ ਦੇ ਢਲ ਰਹੇ ਹੱਡਾਂ ਦੀ ਪਛਾਣ ਵਾਸਤੇ ਰਹਿ ਜਾਂਦਾ ਹੈ। ਸੁਰਿੰਦਰ ਸਿੰਘ ਨੂੰ ਤਿਰਸਕਾਰ ਨਾਲ ਛਿੰਦੀ ਕਿਹਾ ਜਾਂਦਾ ਹੈ। ਉਸ ਦਾ ਪਿੰਡ ਉੱਗੀ ਮੇਰੇ ਪਿੰਡ ਤੋਂ 2-3 ਮੀਲ ਦੀ ਵਿੱਥ ਤੇ ਹੈ। ਇੰਟਰਵਿਊ ਕਰਨ ਲਈ ਮੈਂ ਦਿਨ ਦੇ ਢਲਦੇ ਨਾਲ ਉਸ ਦੇ ਘਰ ਪੁੱਜਾ ਤਾਂ ਉਹ ਠੰਡ ਲੱਗਣ ਕਰਕੇ ਢਿੱਲਾ ਜਿਹਾ ਸੀ। ਰਜਾਈ 'ਚ ਪੈ ਬੜੀ ਗੰਭੀਰਤਾ ਨਾਲ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਗੱਲ ਕਰਦਿਆਂ ਉਸ ਦਾ ਚਿਹਰਾ ਇੱਕਦਮ ਪੱਥਰ ਵਾਂਗ ਸਖਤ ਹੋ ਜਾਂਦਾ, ਕਦੇ ਮੋਮ ਵਾਂਗ ਢਲ ਜਾਂਦਾ, ਕਦੇ ਅਗਿਆਰਿਆਂ ਵਾਂਗ ਭਖਦਾ। ਜਿੱਥੇ ਕੋਈ ਹਿਸਾਬ ਕਿਤਾਬ ਲਾਉਣਾ ਹੁੰਦਾ ਉੱਥੇ ਆਂਢੀ ਗੁਆਂਢੀ ਹੋਰ ਯਾਰ ਮਿੱਤਰ ਜੋ ਮੇਰੇ ਆਉਣ ਕਰਕੇ ਆਏ ਬੈਠੇ ਸਨ ਅੰਕੜੇ ਕੱਢਣ ਵਿੱਚ ਉਹਦੀ ਮਦਦ ਕਰਦੇ। ਜਿੱਥੇ ਕਿਤੇ ਉਸ ਦੀ ਕੋਈ ਗੱਲ ਯਾਦ ਨਾ ਆਉਂਦੀ ਤਾਂ ਉਸ ਦੇ ਬੈਠੇ ਬਜ਼ੁਰਗ ਉਸ ਨੂੰ ਯਾਦ ਕਰਾਉਂਦੇ, ਜਿਉਂ ਗੱਲ ਵਿੱਚ ਦਰੁਸਤੀ ਕਰਦੇ। ਇੰਟਰਵਿਊ ਮਗਰੋਂ ਚੰਨ ਦੀ ਚਾਂਦਨੀ ਵਿੱਚ ਸਾਈਕਲ ਉੱਤੇ ਮੈਂ ਆਪਣੇ ਪਿੰਡ ਨੂੰ ਆਉਂਦਿਆਂ ਸੋਚ ਰਿਹਾ ਸਾਂ, ਇਹ ਹਨ ਲੋਕ ਜਿਹੜੇ ਸਮੁੱਚੇ ਸਮਾਜ ਦੀ ਜ਼ਿੰਦਗੀ ਦਾ ਥੰਮ ਹਨ ਅਤੇ ਇਨਸਾਨੀਅਤ ਦੇ ਤਕਾਜ਼ੇ ਨਾਲ ਜ਼ਿੰਦਗੀ ਉੱਤੇ ਸਾਰਿਆਂ ਤੋਂ ਵੱਧ ਹੱਕ ਵੀ ਇਹਨਾਂ ਦਾ ਹੋਣਾ ਚਾਹੀਦਾ ਹੈ। ਅਸੀਂ ਇਨਕਲਾਬ ਨੂੰ ਮੂੰਹ ਮਾਰਨ ਵਾਲੇ ਲਿਖਾਰੀ ਆਪਣੀ ਸੂਝ ਅਤੇ ਅਨੁਭਵ ਦੇ ਕੱਦ ਵਿੱਚ ਜ਼ਿੰਦਗੀ ਦੇ ਇਹਨਾਂ ਕਲਾਕਾਰਾਂ ਅਤੇ ਯੋਧਿਆਂ ਨਾਲੋਂ ਕਿੰਨੇ ਛੋਟੇ ਹਾਂ। ਪਾਸ਼ ਸੁਰਿੰਦਰ ਨੂੰ ਪਹਿਲਾ ਸਵਾਲ ਪੁੱਛਦਾ ਹੈ, ਸੁਰਿੰਦਰ ਤੇਰੀ ਉਮਰ ਕਿੰਨੀ ਹੈ ਤੇ ਕਿੰਨਾ ਕੁ ਚਿਰ ਹੋਇਆ ਹੋ ਕਮਾਉਣ ਲੱਗੇ ਨੂੰ? ਸੁਰਿੰਦਰ, ਮੈਂ 22 ਵਰ੍ਹਿਆਂ ਦਾ ਹੋਵਾਂਗਾ। ਕਮਾਉਂਦੇ ਦਾ ਤੈਨੂੰ ਵੇਰਵਾ ਗਿਣਾ ਦਿੰਦਾ, ਅੱਗੇ ਤੂੰ ਆਪ ਹਿਸਾਬ ਕਿਤਾਬ ਲਾ ਲਵੀਂ। ਪਹਿਲਾ 1 ਸਾਲ ਤਾਂ ਮੈਂ ਪ੍ਰੇਮ ਸੋਹ ਨਾਲ ਲਾਇਆ, ਫਿਰ 7 ਸਾਲ ਨਿੱਕਾ ਬਹਾਲ ਸੋਹ ਨਾਲ, ਤੇ ਹੁਣ ਕਾਲੀਆਂ ਨਾਲ ਲੱਗੇ ਹੋਏ ਨੂੰ 8ਵਾਂ ਸਾਲ ਆ। ਇਹਦਾ ਮਤਲਬ ਕਮਾਉਣ ਲੱਗੇ ਨੂੰ 15 ਸਾਲ ਤੇ 7 ਸਾਲਾਂ ਦਾ ਕਮਾਉਣ ਲੱਗਾ ਹੋਵੇਗਾ। ਪਾਸ਼, ਕੁਝ ਪੜ੍ਹਿਆ ਵੀ ਹੈ ਕਿ ਨਹੀਂ? ਸੁਰਿੰਦਰ, ਬਿਲਕੁਲ ਨਹੀਂ। ਪਾਸ਼ ਪੁੱਛਦਾ ਹੈ, ਕਿਉਂ ਨਹੀਂ ਪੜ੍ਹਿਆ? ਸੁਰਿੰਦਰ, ਗਰੀਬੀ ਕਰਕੇ। ਹੋਰ ਕਾਹਤੋਂ? ਤੇਰਾ ਪੜ੍ਹਨ ਨੂੰ ਚਿੱਤ ਨਹੀਂ ਸੀ ਕਰਦਾ? ਸੁਰਿੰਦਰ, ਚਿੱਤ ਕਿਉਂ ਨਹੀਂ ਸੀ ਕਰਦਾ? ਮੈਂ ਤਾਂ ਚਾਹੁੰਦਾ ਸੀ, ਪਰ ਮਾਪਿਆਂ ਨੂੰ ਪਈ ਹੋਈ ਸੀ ਕਿ ਇਹਨੂੰ ਕਿਸੇ ਨਾਲ ਕੰਮ ਤੇ ਰਖਾ ਦਈਏ, ਘਰ ਕਮਾਈ ਆਊ। ਪਾਸ਼, ਤੈਨੂੰ ਅੰਦਾਜ਼ਾ ਵੀ ਹੈ ਕਿ ਤੂੰ ਹੁਣ ਤੱਕ ਕਿੰਨੀ ਕੁ ਕਮਾਈ ਕੀਤੀ ਹੋ? ਸੁਰਿੰਦਰ, ਲੈ ਲਿਖੀ ਚੱਲ। ਪਹਿਲੇ ਸਾਲ ਜਦ ਮੈਂ ਕੰਮ ਤੇ ਲੱਗਾ ਤਾਂ 20 ਸੇਰ ਦਾਣੇ ਮਹੀਨੇ ਦੇ ਸੀ। ਉਦੋਂ ਕਣਕ ਦਾ ਭਾਅ 12 ਰੁਪਏ ਮਣ। ਅਗਲੇ ਸਾਲ 22 ਸੇਰ ਦਾਣੇ ਹੋ ਗਏ ਮਹੀਨੇ ਦੇ, ਤੀਜੇ ਸਾਲ 30 ਸੇਰ ਤੇ ਚੌਥੇ ਸਾਲ ਸੀਗੇ 35 ਸੇਰ। 5ਵੇਂ ਸਾਲ ਮਣ ਪੱਕੇ, ਫਿਰ 6ਵੇਂ 7ਵੇਂ ਤੇ 8ਵੇਂ ਮਣ ਪੱਕੇ ਹੀ ਰਹੇ। ਉਦੋਂ ਮਣ ਦਾ ਭਾਰ 18 ਰੁਪਏ ਸੀ। ਕਣਕ ਦੇ ਵਾਧੇ ਭਾਅ ਨਾਲ ਇੱਕ ਸਖਤ ਅੰਦਾਜ਼ਾ। ਪਾਸ਼, ਇੱਕ ਮੋਟਾ ਯੋੜ 1364 ਰੁਪਏ 7 ਸਾਲਾਂ ਦਾ ਗਿਣਦਾ ਹੈ। ਫਿਰ ਸੁਰਿੰਦਰ ਦੱਸਦਾ ਹੈ ਕਿ ਉਹ ਕਾਲੀਆਂ ਦੇ ਨਾਲ ਲੱਗਾ, ਉਦੋਂ ਦਾਣਿਆਂ ਦਾ ਰਿਵਾਜ ਹਟ ਗਿਆ ਸੀ। ਕਾਲੀਆਂ ਨਾਲ ਪਹਿਲੇ ਸਾਲ 380, ਦੂਜੇ ਸਾਲ 400, ਤੀਜੇ ਸਾਲ 640, 6ਵੇਂ ਸਾਲ 900, 7ਵੇਂ ਸਾਲ 1200 ਤੇ ਹੁਣ 8ਵੇਂ ਸਾਲ 1350 ਰੁਪਏ। ਕੁੱਲ 8 ਸਾਲਾਂ ਦੀ ਕਮਾਈ ਹੈ। ਪਾਸ਼, ਜੋੜ 5870 ਰੁਪਏ ਕਰਦਾ ਹੈ ਤੇ ਟੋਟਲ 16 ਸਾਲਾਂ ਦੀ ਕਮਾਈ 7234 ਰੁਪਏ ਬਣਦੀ ਹੈ। ਪਾਸ਼, ਤਾਂ ਫਿਰ 16 ਸਾਲਾਂ ਦੀ ਕਮਾਈ 7234 ਰੁਪਏ ਹੋਈ। ਸੁਰਿੰਦਰ, ਹਾਂ, 16 ਸਾਲਾਂ ਦੀ ਦਿਨ ਰਾਤ ਦੀ ਕਮਾਈ, ਭਾਵ 24 ਘੰਟੇ। ਪਾਸ਼, ਹੁਣ ਅਗਾਂਹ ਪੈਸੇ ਵਧਣ ਦੀ ਉਮੀਦ ਹੈ? ਸੁਰਿੰਦਰ, ਨਹੀਂ, ਹੁਣ ਪੈਸੇ ਵਧਣੇ ਨਹੀਂ, ਸਗੋਂ 2 ਸਾਲ ਹੋਰ 1350 ਰਹਿ ਕੇ ਫਿਰ ਘਟਣੇ ਸ਼ੁਰੂ ਹੋ ਜਾਣਗੇ ਜਿਉਂ-ਜਿਉਂ ਮੇਰੇ ਹੱਡ ਢਲਣਗੇ। ਪਾਸ਼, ਅੱਛਾ, 16 ਸਾਲਾਂ ਵਿੱਚ ਕਿੰਨੀ ਕੁ ਪੈਦਾਵਾਰ ਕਰਕੇ ਦਿੱਤੀ ਹੋਊ? ਸੁਰਿੰਦਰ, ਪਹਿਲੇ 7 ਸਾਲ ਮੈਂ ਮੱਝਾਂ ਚਾਰਦਾ ਹੁੰਦਾ ਸੀ। ਹਰ ਸਾਲ 1000-1500 ਦੀਆਂ 2-3 ਝੋਟੀਆਂ ਵੇਚ ਲੈਂਦੇ ਸੀ ਤੇ ਦੁੱਧ ਵੇਚ ਕੇ 1000-2000 ਕਮਾ ਲੈਂਦੇ ਹੋਣਗੇ। ਇਸ ਤੋਂ ਬਿਨਾਂ ਵੀ ਸਵੇਰ ਨੂੰ 4-5 ਭਰੀਆਂ ਪੱਠੇ ਵੱਢਣੇ, ਪਾਣੀ ਡਾਉਣਾ, ਪੱਠੇ ਪਾਉਣੇ ਵੀ ਮੇਰੇ ਜ਼ਿੰਮੇ ਸੀ।
ਫਿਰ ਬਹਾਲ ਸੋਨਾ 7 ਸਾਲ ਵਿੱਚ 20,000 ਦਾ ਕੰਮ ਕੀਤਾ ਹੋਊ। ਇਹ ਸਾਰਾ ਹਿਸਾਬ ਕਿਤਾਬ ਨਾਲ ਬੈਠੇ ਸਿਆਣੀ ਉਮਰ ਦੇ ਬੰਦਿਆਂ ਨੇ ਮਾਲਕਾਂ ਦੀ ਕੁੱਲ ਪੈਦਾਵਾਰ ਦਾ ਹਿਸਾਬ ਲਾ ਕੇ ਉਸ ਉੱਤੇ ਕੰਮ ਕਰਨ ਵਾਲੇ ਮਿਹਨਤੀਆਂ ਦੇ ਹਿੱਸੇ ਕੱਢ ਕੇ ਸਿੰਦਰ ਦੀ ਕਮਾਈ ਦਾ ਬਣਾਇਆ। 3 ਸਾਲਾਂ ਵਿੱਚ ਮੈਂ ਹੁਣ ਦੇ ਮਾਲਕਾਂ ਨੂੰ 90,000 ਰੁਪਇਆ ਕਮਾ ਕੇ ਦਿੱਤਾ। ਉਦੋਂ ਪਹਿਲਾਂ 3 ਸਾਲਾਂ ਵਿੱਚ 70,000 ਤੇ ਉਦੋਂ ਪਹਿਲਾਂ 1 ਸਾਲ। ਇਹ ਰਕਮ ਮਾਲਕਾਂ ਦੇ ਪਸ਼ੂਆਂ ਅਤੇ ਜ਼ਮੀਨ ਆਦਿ ਦਾ ਖਰਚ ਤੇ ਕਿਤੇ ਕਿਤੇ ਹੋਰ ਕਾਮੇ ਜਾਂ ਮਾਲਕ ਦੀ ਨਾ ਬਰਾਬਰੀ ਹੱਥ ਪਵਾਈ ਕੱਢ ਕੇ ਬਣਦੀ ਹੈ। ਪਾਸ਼, ਇਸ ਤਰ੍ਹਾਂ ਤਾਂ ਤੇਰਾ ਸਖਤ ਤੋਂ ਸਖਤ ਵੀ ਹਿਸਾਬ ਲਾਈਏ ਤਾਂ ਤੇਰੀ ਮਿਹਨਤ ਨਾਲ ਉੱਕੇ ਪੁੱਕੇ 1,84,000 ਰੁਪਏ ਦੀ ਪੈਦਾਵਾਰ ਹੋਈ ਹੋਊ। ਇਸ ਰਕਮ ਵਿੱਚੋਂ ਤੈਨੂੰ ਮਿਲੇ ਸਿਰਫ 7,234 ਰੁਪਏ, ਬਾਕੀ 1,76,766 ਰੁਪਏ ਕਿੱਥੇ ਗਏ? ਸੁਰਿੰਦਰ, ਮਾਲਕ ਸਾਂਭ ਗਏ, ਹੋਰ ਕਿੱਥੇ ਜਾਣੇ ਸੀ? ਪਾਸ਼, ਫਿਰ ਇਸ ਲੁੱਟ ਖਿਲਾਫ ਤੈਨੂੰ ਗੁੱਸਾ ਨਹੀਂ ਆਉਂਦਾ? ਸੁਰਿੰਦਰ, ਤੂੰ ਗੁੱਸਾ ਕਹਿਣਾ, ਮੇਰੇ ਅੰਦਰੋਂ ਲਾਟਾਂ ਨਿਕਲਦੀਆਂ, ਸਾਰਾ ਕੁਝ ਫਨਾਹ ਕਰ ਦੇਣ ਨੂੰ ਚਿੱਤ ਕਰਦਾ, ਪਰ ਮੈਂ ਇਕੱਲਾ ਕੀ ਕਰ ਸਕਦਾ? ਪਾਸ਼, ਜਦ ਤੂੰ ਨਿੱਕਾ ਹੁੰਦਾ ਸੀ ਤਾਂ ਕੀ ਕੀ ਖਿਆਲ ਆਉਂਦੇ ਹੁੰਦੇ ਸੀ ਅੱਗੇ ਬਾਰੇ? ਸੁਰਿੰਦਰ, ਕਾਹਦੇ ਖਿਆਲ? ਪਾਸ਼, ਮੇਰਾ ਮਤਲਬ ਤੂੰ ਵੀ ਆਪਣੀ ਜ਼ਿੰਦਗੀ ਬਾਰੇ ਕੋਈ ਤਾਂ ਸੁਪਨੇ ਲੈਂਦਾ ਹੋਵੇਂਗਾ। ਸੁਰਿੰਦਰ, ਆਹੋ, ਇੱਦਾਂ ਤਾਂ ਸਾਰੇ ਹੀ ਸੁਪਨੇ ਲੈਂਦੇ ਹੁੰਦੇ ਆ। ਮੈਂ ਸੋਚਦਾ ਹੁੰਦਾ ਸੀ ਕਿ ਵੱਡਾ ਹੋ ਕੇ ਕਾਰ ਲਵਾਂਗਾ, ਕਾਰ ਵਿੱਚ ਬਹਿ ਕੇ ਸ਼ਹਿਰ ਨੂੰ ਸੈਲ ਕਰਨ ਜਾਇਆ ਕਰੂ, ਵਿੱਚੇ ਆਪਣੀ ਵਹੁਟੀ ਤੇ ਨਿਆਣਿਆਂ ਨੂੰ ਬਹਾਲ ਕੇ ਸੈਲ ਕਰਿਆ ਕਰੋ। ਪਾਸ਼, ਜਦ ਤੂੰ ਪਹਿਲਾਂ ਕੰਮ ਤੇ ਲੱਗਾ ਹੋਵੇਂਗਾ ਤੈਨੂੰ ਕਾਫੀ ਔਖ ਲੱਗਦੀ ਹੋਏਗੀ ਕੰਮ ਕਰਦਿਆਂ। ਸੁਰਿੰਦਰ, ਨਹੀਂ, ਪਹਿਲਾਂ ਤਾਂ ਜਦ ਖੇਡਦੇ ਹੁੰਦੇ ਸੀ ਖਾਹਿਸ਼ ਹੁੰਦੀ ਸੀ ਪੜ੍ਹਨ ਲੱਗਾਂਗੇ, ਫਿਰ ਪੜ੍ਹਨ ਤਾਂ ਲੱਗ ਨਾ ਹੋਇਆ। ਮੇਰੇ ਨਾਲ ਦੇ ਹੋਰ ਕਈ ਹਾਣੀ ਕੰਮ ਤੇ ਲੱਗ ਚੁੱਕੇ ਸੀ। ਜਦੋਂ ਤਰਕਾਲਾਂ ਨੂੰ ਘਰ ਆਉਂਦੇ ਸੀ ਤਾਂ ਉਹਨਾਂ ਦੇ ਮਾਂ-ਪਿਓ ਉਹਨਾਂ ਨਾਲ ਬੜਾ ਚਾਮਲਾਰ ਕਰਦੇ ਸੀ। ਮੈਨੂੰ ਰਾਤ ਦਿਨ ਘਰੋਂ ਕੁੱਤੇ ਖਾਣੀ ਹੁੰਦੀ ਰਹਿੰਦੀ ਸੀ। ਫਿਰ ਮਨ ਵਿੱਚ ਆਉਂਦਾ ਸੀ ਕਿ ਮੈਂ ਵੀ ਕੰਮ ਤੇ ਲੱਗਾ ਹੋਵਾਂ ਤਾਂ ਘਰ ਦੇ ਮੈਨੂੰ ਵੀ ਤੇ ਕਰਿਆ ਕਰਨਗੇ। ਮੇਰਾ ਮਤਲਬ ਹੈ, ਜਦ ਤੂੰ ਕੰਮ ਤੇ ਲੱਗ ਗਿਆ ਤਾਂ ਕਿਵੇਂ ਦਾ ਮਹਿਸੂਸ ਕੀਤਾ? ਤੂੰ ਕੰਮ ਕਰਦਿਆਂ ਜਾਂ ਗੁਲਾਮੀ ਮੰਨਣ ਨਾਲ ਰੂਹ ਨੂੰ ਤਕਲੀਫ ਮਹਿਸੂਸ ਹੁੰਦੀ ਸੀ ਕਿ ਨਹੀਂ? ਸੁਰਿੰਦਰ, ਜਦ ਮੈਂ ਕੰਮ ਤੇ ਲੱਗਾ ਤਾਂ ਔਖ ਜ਼ਰੂਰ ਮਹਿਸੂਸ ਹੁੰਦੀ ਸੀ, ਪਰ ਘਰਦਿਆਂ ਦੇ ਚੰਗੇ ਵਰਤੀਰੇ ਨਾਲ ਖੁਸ਼ੀ ਵੀ ਹੁੰਦੀ ਸੀ ਅਤੇ ਮਨ ਵਿੱਚ ਕਮਾਊ ਹੋਣ ਦੀ ਤਸੱਲੀ ਜਿਹੀ ਵੀ ਰਹਿੰਦੀ ਸੀ। ਪਾਸ਼, ਕੋਈ ਖਾਸ ਗੱਲ ਉਹਨਾਂ ਦਿਨਾਂ ਦੀ ਤੈਨੂੰ ਯਾਦ ਹੋਵੇ? ਸੁਰਿੰਦਰ, ਮੇਰੇ ਪੈਰੀ ਜੁੱਤੀ ਨਹੀਂ ਸੀ ਹੁੰਦੀ। ਪਸ਼ੂਆਂ ਮਗਰ ਭੱਜਦਿਆਂ ਪੈਰਾਂ ਵਿੱਚ ਕੰਡੇ ਲੱਗਦੇ ਸੀ। ਉਦੋਂ ਪੋਲੀ ਬੜੀ ਹੁੰਦੀ ਸੀ, ਪੈਰ ਸ਼ਿਰਤਲਾਂ ਨਾਲ ਭਰੇ ਰਹਿੰਦੇ ਸੀ। ਮੈਂ ਪੋਲੀ ਤੋਂ ਬੜਾ ਬਚਾ ਕੇ ਪੈਰ ਰੱਖਣੇ। ਜਿਸ ਦਿਨ ਮੈਂ ਕਦੇ ਆਪਣੇ ਵੱਡੇ ਭਰਾ ਜਾਂ ਚਾਚੇ ਦੀ ਜੁੱਤੀ ਪਾ ਕੇ ਜਾਣਾ ਤਾਂ ਉਸ ਦਿਨ ਜਾਣ ਕੇ ਪੋਲੀ ਦੇ ਬੂਟੇ ਉੱਤੇ ਪੈਰ ਰੱਖ ਕੇ ਲੰਘਣਾ। ਇਦਾਂ ਕਰਕੇ ਮੈਨੂੰ ਖੁਸ਼ੀ ਹੁੰਦੀ ਸੀ ਜਿਵੇਂ ਮੈਂ ਆਪਣੇ ਦੁਸ਼ਮਣ ਨੂੰ ਮਾਰ ਰਿਹਾ ਹਾਂ। ਪਾਸ਼, ਤੇਰੇ ਕੱਪੜੇ ਕੀ ਹੁੰਦੇ ਸੀ? ਸੁਰਿੰਦਰ, 4 ਖਾਨੇ ਦਾ ਇੱਕ ਝੱਗਾ ਤੇ ਇੱਕ ਕੱਛਾ, ਬਸ। ਉਹ ਵੀ ਕਈ ਮਹੀਨਿਆਂ ਮਗਰੋਂ ਧੋ ਹੁੰਦੇ ਸੀ। ਜਦ ਕਿਤੇ ਰਿਸ਼ਤੇਦਾਰੀ ਵਿੱਚ ਵਿਆਹ ਜਾਣਾ ਹੁੰਦਾ ਸੀ ਤਾਂ ਘਰ ਦੇ ਮੈਨੂੰ ਲੀਲਨ ਦਾ ਝੱਗਾ ਬਣਾ ਦਿੰਦੇ ਸੀ। ਉਦੋਂ ਮੈਨੂੰ ਬੜਾ ਚਾਅ ਚੜ੍ਹਦਾ ਸੀ। ਪਾਸ਼, ਹੁਣ ਕੀ ਸਮਝਦਾ ਹੈ ਕਿ ਤੇਰੀ ਗਰੀਬੀ ਦਾ ਕੀ ਸਬੱਬ ਹੈ? ਸੁਰਿੰਦਰ, ਮੈਂ ਹੁਣ ਸਮਝਦਾ ਹਾਂ ਬਈ ਕਰਮਾਂ ਕੁਰਮਾਂ ਦੀ ਕੋਈ ਕਹਾਣੀ ਨਹੀਂ। ਕਹਾਣੀ ਇਹੋ ਆ ਵੀ ਦੁਨੀਆ ਦੇ ਅਸੂਲ ਹੀ ਗਲਤ ਹਨ। ਸਾਡੇ ਲੋਕਾਂ ਨੂੰ ਅਮੀਰ ਆਦਮੀ ਪਸ਼ੂਆਂ ਵਾਂਗ ਮੁੱਲ ਲੈ ਲੈਂਦੇ ਹਨ ਤੇ ਪਸ਼ੂਆਂ ਵਾਂਗ ਹੀ ਵਰਤਦੇ ਹਨ। ਪਾਸ਼, ਹੋਰ ਤੁਹਾਡੇ ਪਿੰਡ ਦੇ ਕਿੰਨੇ ਕੁ ਕਾਮੇ ਹਨ ਜ਼ਿਮੀਂਦਾਰਾਂ ਨਾਲ ਲੱਗੇ ਹੋਣਗੇ? ਸੁਰਿੰਦਰ, 100 ਕੁ ਹੋਣਗੇ। ਕਿਉਂ? ਪਾਸ਼, ਤੈਨੂੰ ਉਹਨਾਂ ਨਾਲ ਕੋਈ ਸਾਂਝ ਪਿਆਰ ਜਾਂ ਹਮਦਰਦੀ ਹੁੰਦੀ ਹੈ ਕਿ ਨਹੀਂ? ਸੁਰਿੰਦਰ, ਸੱਚ ਪੁੱਛਦਾ ਤਾਂ ਘਰਦਿਆਂ ਨਾਲੋਂ ਵੀ ਬਾਹਲੀ ਹਮਦਰਦੀ ਮਹਿਸੂਸ ਹੁੰਦੀ ਹੈ, ਕਿਉਂਕਿ ਘਰ ਦੇ ਅਜੇ ਵੀ ਕਰਮਾਂ ਵਾਲੀ ਗੱਲ ਤੇ ਟਿਕੇ ਹੋਏ ਆ। ਉਹ ਕਾਮੇ ਵੀ ਮੇਰੇ ਵਾਂਗੂ ਹੱਡ ਰਗੜਾਉਂਦੇ ਹਨ ਤੇ ਦੁਖੀ ਹਨ। ਇਸ ਲਈ ਮੈਨੂੰ ਐਂ ਲੱਗਦਾ ਹੈ ਕਿ ਅਸੀਂ ਸਾਰੇ ਹੀ ਇੱਕੋ ਰੱਸੇ ਨਾਲ ਬੱਝੇ ਹੋਏ ਹਾਂ ਤੇ ਹਾਂ, ਮੈਨੂੰ ਉਹਨਾਂ ਨਾਲ ਪਿਆਰ ਵੀ ਆਉਂਦਾ ਹੈ। ਤਾਂ ਤੇਰੇ ਮਨ ਵਿੱਚ ਜੱਟਾਂ ਨਾਲ ਨਫ਼ਰਤ ਜ਼ਰੂਰ ਹੋਵੇਗੀ। ਸੁਰਿੰਦਰ, ਨਹੀਂ, ਸਾਰੇ ਜੱਟ ਇੱਕੋ ਜਿਹੇ ਨਹੀਂ ਹੁੰਦੇ। ਨਫ਼ਰਤ ਮੈਨੂੰ ਬਹੁਤ ਆ, ਪਰ ਸਿਰਫ ਉਹਨਾਂ ਨਾਲ ਜਿਹੜੇ ਬਾਹਲਾ ਧੱਕਾ ਕਰਦੇ ਆ। ਜਿੱਦਾਂ ਮੈਂ ਇੱਕ ਵਾਰੀ ਜਿਨ੍ਹਾਂ ਨਾਲ ਲੱਗਾ ਹੋਇਆ ਸੀ ਉਹਨਾਂ ਦੀ ਗੱਲ ਹੈ। ਜਲੰਧਰ ਸਰਕਸ ਲੱਗੀ ਹੋਈ ਸੀ। ਮੇਰਾ ਚਿੱਤ ਕਰੇ ਕਿ ਦੇਖਣੀ ਜ਼ਰੂਰ ਆ। ਮੈਂ ਤਰਕਾਲਾਂ ਤੀਕ ਕੰਮ ਕਰਕੇ ਰਾਤ ਨੂੰ ਪਿੰਡ ਦੇ ਮੁੰਡਿਆਂ ਨਾਲ ਸਾਈਕਲ ਤੇ ਚਲਾ ਗਿਆ। ਜਦ ਦੂਜੇ ਦਿਨ ਸਵੇਰੇ ਉਹਨਾਂ ਦੇ ਖੂਹ ਤੇ ਗਿਆ ਤਾਂ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਕਿ ਰਾਤੀ ਪਾਣੀ ਲਾਉਣ ਕਿਉਂ ਨਹੀਂ ਆਇਆ। ਭਲਾ ਇੱਕ ਰਾਤ ਆਪ ਪਾਣੀ ਲਾ ਦਿੰਦੇ ਤਾਂ ਕਿ ਉਹਨਾਂ ਨੂੰ ਛੀਂ ਪੈਂਦਾ ਸੀ। ਇਹੋ ਜਿਹੇ ਜ਼ਿਮੀਂਦਾਰਾਂ ਤੋਂ ਮੈਨੂੰ ਬੜੀ ਨਫ਼ਰਤ ਆ। ਦੂਜੇ ਪਾਸੇ ਜਿਹੜੇ ਮੇਰੇ ਵਾਂਗੂ ਆਪ ਕੰਮ ਕਰਦੇ, ਭਾਵੇਂ ਜੱਟ ਨੇ, ਬ੍ਰਾਹਮਣ ਜਾਂ ਕਿਸੇ ਹੋਰ ਜਾਤ ਦੇ, ਉਹਨਾਂ ਨਾਲ ਕੋਈ ਨਫ਼ਰਤ ਨਹੀਂ। ਪਾਸ਼,
ਤੇਰਾ ਵਿਆਹ ਹੋ ਗਿਆ ਕਿ ਨਹੀਂ? ਸੁਰਿੰਦਰ, ਨਹੀਂ, ਪਹਿਲਾਂ ਜੀ ਕਰਦਾ ਸੀ ਕਰਵਾਉਣ ਨੂੰ, ਪਰ ਹੁਣ ਚਿੱਤ ਨਹੀਂ ਮੰਨਦਾ। ਹੁਣ ਸੋਚਦਾ ਹਾਂ ਕਿ ਵਿਆਹ ਕਰਾ ਕੇ ਮੁਸ਼ਕਲਾਂ ਹੀ ਵਧਣਗੀਆਂ। ਪਾਸ਼, ਜ਼ਿੰਦਗੀ ਵਿੱਚ ਮਨ ਪਰਚਾਵਾ ਕੀ ਹੈ? ਸੁਰਿੰਦਰ, ਪਹਿਲਾਂ ਰਾਸਾਂ ਰੂਸਾਂ ਦੇਖ ਕੇ ਮੁੰਡਿਆਂ ਦੀ ਢਾਣੀ ਵਿੱਚ ਸ਼ੁਗਲ ਮੇਲਾ ਤੇ ਕੁੜੀਆਂ ਦੀਆਂ ਗੱਲਾਂ ਕਰਕੇ ਰੂਹ ਪਰਚ ਜਾਂਦੀ ਸੀ। ਜਦ ਹੁਣ ਨੌਜਵਾਨ ਸਭਾ ਵਿੱਚ ਜਾ ਬੈਠਾਂ ਜਾਂ ਹੋਰ ਪੜ੍ਹੇ ਲਿਖੇ ਚੰਗੇ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਕੇ ਜਾਂ ਮੁਲਕ ਦੇ ਹਾਲਾਤਾਂ ਬਾਰੇ ਗੱਲਾਂ ਸੁਣਨ ਦੀ ਦਿਲਚਸਪੀ ਬਣੀ ਰਹਿੰਦੀ ਹੈ। ਪਾਸ਼, ਗੌਰਮੈਂਟ ਤੁਹਾਡੀ ਭਲਾਈ ਲਈ ਕਈ ਸਕੀਮਾਂ ਬਣਾ ਰਹੀ ਹੈ। ਅੱਗੇ ਵੀ ਸਰਕਾਰ ਨੇ ਤੁਹਾਡਾ ਕਾਫੀ ਭਲਾ ਕੀਤਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਸੁਰਿੰਦਰ, ਭਲਾਈ ਤਾਂ ਨਹੀਂ, ਪਰ ਮੇਰੇ ਤਾਏ ਦਾ ਪੋਤਾ ਚਰਨ, ਪਹਿਲਾਂ ਤਾਂ ਉਸਨੇ 10 ਸਾਲ ਪੜ੍ਹਨ ਨੂੰ ਲਾਏ, ਫਿਰ 2 ਸਾਲ ਕੋਰਸ ਕਰਦੇ ਨੂੰ ਹੋਏ, ਪਰ ਖਰਚ ਪੂਰਾ ਨਹੀਂ ਹੋ ਰਿਹਾ। ਹੁਣ ਕਹਿੰਦਾ ਮੈਂ ਭਰਤੀ ਹੋ ਜਾਣਾ। ਦੱਸ, ਜਿੰਨਾ ਚਿਰ ਸਾਡੇ ਪੱਲੇ ਕੁਝ ਨਹੀਂ, ਜ਼ਿੰਦਗੀ ਵਿੱਚ ਚੈਨ ਨਹੀਂ, ਭਲਾ ਅਸੀਂ ਕਿੱਦਾਂ ਮੰਨ ਲਈਏ ਕਿ ਸਾਡਾ ਭਲਾ ਹੋਈ ਜਾਂਦਾ? ਆਸ਼, ਮੈਂ ਇਸ ਤੋਂ ਕਿਹਾ ਸੀ ਕਿ ਪਹਿਲਾਂ ਤੁਹਾਨੂੰ ਚੂੜੇ ਕਿਹਾ ਜਾਂਦਾ ਸੀ, ਹੁਣ ਸਰਕਾਰ ਨੇ ਹਰੀਜਨ ਨਾਂ ਦੇ ਦਿੱਤਾ। ਤੁਹਾਨੂੰ ਇਸ ਨਾਲ ਕੋਈ ਲਾਭ ਪੁੱਜਾ? ਨਾਂ ਬਦਲ ਦਿੱਤਾ ਤਾਂ ਕੀ ਹੋਇਆ? ਸਾਨੂੰ ਕਮਾਈ ਵਿੱਚ ਕੋਈ ਫਰਕ ਨਹੀਂ ਪਿਆ। ਲੈ, ਮੈਂ ਕਹਿੰਦਾ ਮੈਨੂੰ ਸਰਕਾਰ ਲੱਖ ਰੁਪਈਆ ਦੇ ਦੇਵੇ, ਚੂੜਾ ਕਹੀ ਜਾਵੇ। ਇਹ ਸਾਰੀਆਂ ਗੱਲਾਂ ਸਾਡੇ ਲੋਕਾਂ ਨੂੰ ਭੁਲੇਖਿਆਂ 'ਚ ਪਾਉਣ ਲਈ ਹਨ। ਪਾਸ਼, ਤੂੰ ਵੋਟ ਕਿਹਨੂੰ ਪਾਉਣਾ ਹੈ? ਸੁਰਿੰਦਰ, ਮੇਰੀ ਵੋਟ ਹੀ ਨਹੀਂ ਬਣੀ। ਤੇਰੇ ਘਰ ਦੇ ਕਿਹਨੂੰ ਪਾਉਂਦੇ ਰਹੇ ਹਨ? ਸੁਰਿੰਦਰ, ਜਿਹਦੇ ਨਾਲ ਮਜ਼ਦੂਰੀ ਤੇ ਲੱਗੇ ਹੋਣ, ਜਿਹਨੂੰ ਉਹ ਪਵਾਏ ਪਾ ਦਿੰਦੇ ਹਾਂ। ਬਾਲਾ ਤਾਂ ਕਾਂਗਰਸ ਨੂੰ ਹੀ ਪਾਉਂਦੇ ਰਹੇ ਹਾਂ। ਪਾਸ਼, ਭਲਾ ਕਾਂਗਰਸ ਨੂੰ ਹੀ ਕਿਉਂ? ਸੁਰਿੰਦਰ, ਸਾਡੇ ਲੋਕ ਅਜੇ ਤੱਕ ਇਹੀ ਸਮਝਦੇ ਰਹੇ ਕਿ ਸਾਨੂੰ ਕਾਂਗਰਸ ਨੇ ਉਤਾਂਹ ਚੁੱਕਿਆ ਹੈ। ਪਹਿਲਾਂ ਸਾਡਾ ਠੂਠਾ ਵੀ ਅੱਡ ਹੁੰਦਾ ਸੀ, ਸਾਨੂੰ ਤੋਂ ਖੂਹ ਤੋਂ ਪਾਣੀ ਵੀ ਪੀਣ ਨਹੀਂ ਸੀ ਦਿੰਦੇ। ਹੁਣ ਜੱਟਾਂ ਦੇ ਘਰੋਂ ਭਾਂਡੇ ਵੀ ਮਿਲ ਜਾਂਦੇ ਆ। ਇਸ ਤਰ੍ਹਾਂ ਮਾੜਾ ਜਿਹਾ ਸੁਧਾਰ ਹੋਇਆ ਹੈ ਤਾਂ ਕਈ ਲੋਕ ਇਹ ਸਮਝਦੇ ਹਨ ਕਿ ਇਹ ਕਾਂਗਰਸ ਦੀ ਹੀ ਮਿਹਰਬਾਨੀ ਹੋਈ ਆ। ਤੇ ਤੂੰ ਕੀ ਸਮਝਦਾ ਹੈ ਕਿ ਇਹ ਤਬਦੀਲੀ ਕਾਂਗਰਸ ਨੇ ਨਹੀਂ ਕੀਤੀ? ਸੁਰਿੰਦਰ, ਮੇਰੇ ਖਿਆਲ ਵਿੱਚ ਇਹ ਆ ਕਿ ਗਰੀਬੀ ਵਿੱਚ ਤਾਂ ਕੋਈ ਕਮੀ ਨਹੀਂ ਹੋਈ। ਅੱਗੇ ਸਾਡੇ ਸਿਰ ਕਰਜ਼ਾ ਹੁੰਦਾ ਸੀ, ਜਾਂ ਪਿਛਲੇ ਸਮਿਆਂ ਵਿੱਚ ਸੁਣਿਆ ਕਿ ਹੁੰਦਾ ਹੀ ਨਹੀਂ ਸੀ। ਹੁਣ ਹਰੇਕ ਘਰ ਦਾ ਲੂ ਕਰਜ਼ੇ ਵਿੱਚ ਵੱਜਾ ਪਿਆ ਏ। ਤੇ ਆ ਜਿਹੜੀ ਸੁਧਾਰ ਦੀ ਗੱਲ ਤੂੰ ਪੁੱਛੀ ਏ, ਉਹ ਕੁਦਰਤੀ ਗੱਲ ਹੋਣੀ ਹੀ ਸੀ। ਸਾਡੀ ਯਾਰ ਨੂੰ ਜ਼ਮਾਨੇ ਦੀ ਦੇਖਾ ਦੇਖੀ ਥੋੜ੍ਹੀ ਬਹੁਤ ਅਕਲ ਆ ਰਹੀ ਹੈ। ਇਹ ਵੀ ਸਫਾਈ ਵੱਲ ਅੱਗੇ ਨਾਲੋਂ ਬਹੁਤਾ ਧਿਆਨ ਦੇਣ ਲੱਗ ਪਏ ਹਨ ਤੇ ਸਾਫ਼ ਰਹਿਣ ਨਾਲ, ਥੋੜ੍ਹਾ ਬਹੁਤ ਪੜ੍ਹਨ ਲਿਖਣ ਨਾਲ ਦੂਜੇ ਲੋਕਾਂ ਦੀ ਵੀ ਸਾਡੇ ਵਾਸਤੇ ਨਫ਼ਰਤ ਘਟੀ ਹੀ ਹੈ। ਅਸੀਂ ਅੱਗੇ ਨਾਲੋਂ ਸੌਖੇ ਨਹੀਂ, ਔਖੇ ਵਧੇਰੇ ਹੋਵਾਂਗੇ। ਪਾਸ਼, ਇਹ ਗਰੀਬੀ ਹਟੂ ਕਿਸ ਤਰ੍ਹਾਂ? ਸੁਰਿੰਦਰ, ਜਿੰਨਾ ਚਿਰ ਸਾਰੀ ਦੁਨੀਆ ਦੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਗਰੀਬੀ ਨਹੀਂ ਹਟ ਸਕਦੀ। ਜਿੱਦਾਂ ਸਰਮਾਏਦਾਰ ਲੋਕ ਆ, ਉਹ ਪੈਸੇ ਨਾਲ ਪੈਸਾ ਵਧਾਈ ਜਾਂਦੇ ਆ। ਅਕਾਲੀ ਕੋਲ ਸਰਮਾਇਆ ਸੀ, ਉਹ ਟਰੈਕਟਰ ਲੈ ਆਇਆ, ਚਲਾਉਂਦਾ ਉਸ ਨੂੰ ਮੈਂ ਹਾਂ, ਪਰ ਇਹਦੇ ਨਾਲ ਉਸ ਦਾ ਸਰਮਾਇਆ ਹੋਰ ਵਧੀ ਜਾਂਦਾ ਹੈ। ਜੇ ਹੁਣ ਇੰਨੇ ਸਾਧਨ ਸਾਡੇ ਕੋਲ ਹੋਣ ਤਾਂ ਅਸੀਂ ਵੀ ਤਰੱਕੀ ਕਰ ਸਕਦੇ ਹਾਂ। ਜਿੰਨਾ ਚਿਰ ਇੱਕ ਧਿਰ ਕੋਲ ਜਾਇਦਾਦਾਂ ਹਨ, ਦੂਜੀ ਧਿਰ ਉਹਨਾਂ ਜਾਇਦਾਦ 'ਤੇ ਕੰਮ ਕਰਕੇ ਉਹਨਾਂ ਦਾ ਸਰਮਾਇਆ ਵਧਾਈ ਜਾਂਦੀ ਹੈ। ਨਾ ਗਰੀਬੀ ਘਟਣੀ ਹੈ ਤੇ ਨਾ ਹੀ ਉਹਨਾਂ ਵਿਚਲਾ ਪਾੜਾ। ਪਾਸ਼, ਤਾਂ ਤੇਰਾ ਮਤਲਬ ਇਹ ਹੋਇਆ ਕਿ ਜਾਇਦਾਦ ਸਾਰਿਆਂ ਕੋਲ ਇੱਕੋ ਜਿਹੀ ਹੋਣੀ ਚਾਹੀਦੀ ਹੈ? ਸੁਰਿੰਦਰ, ਹਾਂ, ਜਾਂ ਸਾਂਝੀ ਹੋਵੇ ਤੇ ਸਾਰੇ ਜਣੇ ਉਸ ਉੱਤੇ ਕੰਮ ਕਰਨ। ਇਹ ਸੀ ਪਾਸ਼ ਤੇ ਸੁਰਿੰਦਰ ਵਿਚਲੀ ਗੱਲਬਾਤ। ਧੰਨਵਾਦ ਦੋਸਤੋ।